अस्सलामुअलैकुम नाजरीन, मैं हूं आपका मेज़बान इनाम अंसारी टीएस नॉलेज टीवी से। आज की वीडियो के अंदर 2021 का जो भैंसों का दूध का मुकाबला था वो भैंस मेरे पास है। बदकिस्मती से जो बहादुर नगर में भैंसों का मेला लगना था वहाँ पर मेला लगाया भी गया, लेकिन जब उसको शुरू किया गया तो इंतज़ामिया ने मना कर दिया, तो जिसकी वजह से भैंसें जो मुकाबले के लिए आई हुई थी उनकी चुवाई ना हो सकी। तो वहाँ पर एक जो फार्मर मौजूद थे अरशाद भाई, उन्होंने हमें कहा जी हमारी जो भैंस है उसकी आप वीडियो बनाएं और लोगों को लाइव दूध उसका दिखाएं, ताकि जो लोग शौक़ रखते हैं उनको हम अपना शौक़ जो है वो कैमरे की आंख के ज़रिए दिखा सकें। तो ये भैंस है, ये 2021 का जो मेला लगना था 10 तारीख को 10/4/2021 को, उसमें कंपटीशन के लिए गई थी। इसका माशाल्लाह आप हवाना देख सकते हैं, इसका दूध आपको नज़र, बहुत ही आला नस्ल की भैंस है, बहुत ही टॉप नस्ल की भैंस है। इसकी चुवाई करते हैं और भाइयों को दिखाते हैं। जी अस्सलाम वालेकुम। वालेकुम सलाम जी। अच्छा, आपका नाम दस दो तो थोड़ा जिहा उच्ची बोलिया ताकि ਜਿਹੜੇ भाई देख रहे ने उन्होंने साफ आवाज़ ਤੁਹਾਡੀ पहुंचे। आपका नाम दसो तो ये दसो इस टाइम ਆਪਾਂ ਕਿਹੜੀ ਜਾਂਦ ਖੜੇ ਆ? ਅਸੀਂ ਜੀ ਬਹਾਦਰ ਨਗਰ ਫਾਰਮ ਦੇ ਨਾਲ ਇੱਕ ਡੇਰਾ ਹੈ ਪਿੰਡ ਦਾ, ਉਸ ਡੇਰੇ ਤੇ ਨਿਕਲੇ ਆ ਕੱਲ ਤਕਰੀਬਨ ਅਸੀਂ 2 ਵਜੇ ਦੇ, ਤੇ ਪੁਲਿਸ ਵਾਲੇ ਆਏ ਸਨ। ਉਹਨਾਂ ਸਾਨੂੰ ਜਿਹੜਾ ਨਾ ਬਹਾਦਰ ਨਗਰ ਫਾਰਮ ਦੇ ਵਿੱਚੋਂ ਜਾਇਤੀ ਕਰਕੇ ਸਾਨੂੰ ਗਾਲਾਂ ਕੱਢੀਆਂ ਨੇ ਔਰ ਸਾਡੀ ਮੱਝਾਂ ਨੂੰ ਵੀ ਡੰਡੇ ਮਾਰੇ ਨੇ ਤੇ ਉਹਨਾਂ ਧੱਕੇ ਨਾਲ ਬਾਹਰ ਕੱਢੀਆਂ ਨੇ। ਬਹਾਦਰ ਨਗਰ ਤੁਸੀਂ ਉੱਥੇ ਫਾਰਮ ਤੇ ਲੈਣ ਕੀ ਗਏ ਸੱਜ? ਅਸੀਂ ਭਾਜੀ ਨਮਾਇਸ਼ ਵਾਸਤੇ ਗਏ ਹਾਂ, ਪੱਤੋਂ ਕੀ ਨਮਾਇਸ਼ ਜਿਹੜੀ ਲੱਗਦੀ ਨਾ ਬਹਾਦਰ ਨਗਰ ਐਂਟਰ ਹੋ ਗਈ ਸੀ ਵੀ ਉੱਥੇ ਲੱਗਣੀ ਹੈ, ਤੇ ਤਾਂ ਅਸੀਂ ਉੱਥੇ ਗਏ ਸਾਂ। ਤੇ ਉਹਨਾਂ ਤੁਹਾਨੂੰ ਧੱਕੇ ਮਾਰ ਕੇ ਬਾਹਰ ਕਿਉਂ ਕੱਢਿਆ, ਉਹਦੀ ਕੀ ਵਜ੍ਹਾ? ਉਹਨੇ ਕਿਹਾ ਜੀ ਕਰੋਨਾ ਹੈਗੀ, ਮਗਰ ਵੀ ਡਾਕਟਰ ਸਾਹਿਬ ਸਾਨੂੰ ਤਲਾਹ ਦਿੱਤੀ ਸੀ, ਸਾਡੇ ਕੋਲ ਜਿਹੜਾ ਇਹਦਾ ਮੈਸੇਜ ਹੈਗਾ ਔਰ ਅਖਬਾਰ ਬਣਿਆ ਹੈਗਾ, ਜਾਨੀ ਕਿ ਜਿਵੇਂ ਪੋਸਟਰ ਬਣਿਆ ਹੁੰਦਾ, ਤੇ ਇਹਨਾਂ ਸਾਡੇ ਕੋਲ ਘਲਾਇਆ ਸੀ ਕਿ ਭਾਈ ਤੁਸੀਂ ਮੱਝਾਂ ਲੈ ਕੇ ਆਓ। ਔਰ ਅਸੀਂ ਆਪਣੀ ਮੱਝਾਂ ਦੀ ਤਿਆਰੀ ਕਰਕੇ 1.5 ਮਹੀਨੇ ਤੋਂ ਅਸੀਂ ਉੱਥੇ ਪਹੁੰਚੇ ਹਾਂ, ਤੇ ਸਾਡੇ ਨਾਲ ਉਸ ਤੋਂ ਬਾਅਦ ਸਾਡੀਆਂ ਮੱਝਾਂ ਉੱਥੇ ਨਹੀਂ ਚੁੱਪੀਆਂ। ਸਾਡੇ ਨਾਲ ਜ਼ਿਆਦਤੀ ਹੋਈ ਹੈ ਬਹੁਤ ਜ਼ਿਆਦਾ। ਸਾਨੂੰ ਇਸ ਗੱਲ ਦਾ ਇਨਸਾਫ ਮਿਲਣਾ ਚਾਹੀਦਾ, ਤੇ ਸਾਡੀ ਮੱਝਾਂ ਨੂੰ ਨਾਮ ਤੌਰ ਮੱਝਾਂ ਸਨ ਸਾਡੀਆਂ, ਜਾਨੀ ਕਿ ਫਸਟ ਸਨ ਮੱਝਾਂ, ਤੇ ਸਾਡੀਆਂ ਮੱਝਾਂ ਉੱਥੇ ਨਹੀਂ ਚੁੱਪੀਆਂ, ਤੇ ਤਾਂ ਤੁਹਾਨੂੰ ਬੁਲਾਇਆ ਕਿ ਸਾਡੀ ਮੱਝਾਂ ਜਿਹੜੀਆਂ ਨੇ ਤੁਸੀਂ ਆ ਕੇ ਚਵਾਓ, ਜਾਨੀ ਕਿ ਪੂਰੀ ਦੁਨੀਆ ਨੂੰ ਪਤਾ ਲੱਗੇ ਕਿ ਮੁਹੰਮਦ ਅਰਸ਼ਾਦ ਦੀਆਂ ਮੱਝਾਂ ਇਹਨਾਂ ਦੁੱਧ ਦੇ ਰਹੀਆਂ ਸਨ। अच्छा, मोहम्मद अरशाद गुजर साहब, ਮੱਝ ਦੀ ਚੁਆਈ ਸ਼ੁਰੂ ਹੋਣ ਲੱਗੀ ਹੈ। ਮੈਂ ਦੋਸਤਾਂ ਨੂੰ ਦੱਸਣਾ ਚਾਹਾਂਗਾ ਕਿ ਸਾਰੇ ਬਰਤਨ ਤੁਹਾਨੂੰ ਦਿਖਾਏ ਜਾਂਦੇ ਖਾਲੀ ਕਰਕੇ, ਉਸ ਤੋਂ ਬਾਅਦ ਇਹ ਮੱਝ ਦਾ ਦੁੱਧ ਕੱਢਿਆ ਜਾਏਗਾ, ਇਹਦੀ ਚੁਆਈ ਕੀਤੀ ਜਾਏਗੀ, ਫਿਰ ਇਹਦਾ ਵਜ਼ਨ ਕੀਤਾ ਜਾਏਗਾ। ਸਾਰਾ ਕੁਝ ਭਾਈਆਂ ਨੂੰ ਕੈਮਰੇ ਦੇ ਵਿੱਚ ਲਾਈਵ ਦਿਖਾਇਆ ਜਾਏਗਾ, ਕਿਸ ਤਰੀਕੇ ਚੁਆਈ ਹੋ ਰਹੀ ਹੈ, ਇੱਕ ਇੱਕ ਚੀਜ਼ ਦਿਖਾਈ ਜਾਏਗੀ। ਤੇ ਜਿਹੜੇ ਭਾਈ ਸ਼ੌਕ ਰੱਖਦੇ ਨੇ ਉਹ ਇਹ ਵੀਡੀਓ ਨੂੰ ਮੁਕੰਮਲ ਦੇਖਣ ਔਰ ਆਪਦਾ ਸ਼ੌਕ ਪੂਰਾ ਕਰਨ, ਔਰ ਅਰਸ਼ਾਦ ਗੁਜਰ ਸਾਹਿਬ ਦਾ ਵੀ ਸ਼ੌਕ ਜਿਹੜਾ ਉਹ ਵੀ ਪੂਰਾ ਕਰਵਾਉਣ। ਤੇ ਅੱਛਾ, ਇਹ ਦੱਸਿਆ ਜੇ ਇਹ ਮੱਝ ਕਿਹੜੀ ਨਸਲ ਦੀ ਹੈ ਔਰ ਤੁਹਾਡੇ ਕੋਲ ਇਹਦੀ ਨਸਲ ਇਹ ਆਪਦੀ ਹੈ ਜਾਂ ਮੁੱਲ ਲਈ ਸੀ, ਕੀ ਹਿਸਾਬ ਹੈ? ਇਹ ਜੀ ਪਹਿਲਾਂ ਝੋਟੀ ਲਿਆਂਦੀ ਸੀ, ਅੱਜ ਤੋਂ ਮੈਂ 13 ਸਾਲ ਪਹਿਲਾਂ। ਠੀਕ ਹੈ, ਇਹਦੀਆਂ ਕੱਟੀਆਂ ਵੀ ਮੇਰੇ ਕੋਲ ਮਾਸ਼ਾਅੱਲਾ ਨੇ 4-5 ਕੱਟੀਆਂ ਨੇ, ਤੇ ਅਲਹਮਦੁਲਿਲਾ ਸਾਡੇ ਘਰ ਦੀ ਨਸਲ ਹੈ। ਠੀਕ ਹੈ, ਸਾਡੀ ਆਪਣੀ ਖੁਰਾਕ ਜਿਹੜੀ ਅਸੀਂ ਬਣਾਈ ਹੈ ਖੁਦ ਮਈਆਂ ਵਾਸਤੇ, ਉਸ ਖੁਰਾਕ ਤੇ ਮਾਸ਼ਾਅੱਲਾ ਦੁੱਧ ਦੇ ਰਹੀ ਹੈ, ਤੇ ਅਸੀਂ ਬਹੁਤ ਖੁਸ਼ ਹਾਂ ਸਮਾਜ ਤੇ ਅਸੀਂ ਬਹੁਤ ਪਰੇਸ਼ਾਨ ਹਾਂ ਇਸ ਟਾਈਮ ਬਹੁਤ ਜ਼ਿਆਦਾ। ਉਹ ਇੱਕ ਮਿੰਟ, ਉਹ ਭਾਂਡਾ ਵਿਖਾ ਲੈਣਾ ਸੀ ਨਾ, ਵਿਖਾਇਆ, ਠੀਕ ਹੋ ਗਿਆ। ਤੇ ਹੁਣ ਭਾਜੀ ਮੱਝ ਦੀ ਚੁਆਈ ਲੱਗੀ ਹੈ, ਅੱਗੇ ਵੀ ਮੱਝ ਤੁਹਾਨੂੰ ਚੁਆਈ ਹੈ ਉਹ ਵੀ ਮੇਰੀ ਸੀ, ਤੇ ਇਹ ਮੱਝ ਵੀ ਮੇਰੀ ਹੈਗੀ, ਤੇ ਮੈਂ ਇਹਦਾ ਵੀ ਦੁੱਧ ਵਿਖਾਉਣਾ ਚਾਹੁੰਦਾ ਪੂਰੀ ਦੁਨੀਆ ਤੇ, ਯਾਨੀ ਕਿ ਬੰਦਿਆਂ ਨੂੰ ਪਤਾ ਲੱਗੇ। ਸ਼ੌਂਕ ਕੀਤਾ ਮੈਂ, ਸ਼ੌਂਕ ਦਾ ਕੋਈ ਮੁੱਲ ਨਹੀਂ। ਅਗਰ ਜੇ ਮੈਨੂੰ ਬੰਦਾ ਪੁੱਛਦਾ ਤੂੰ 25 ਲੱਖ ਰੁਪਏ ਕਾਹਦੇ ਲਾਇਆ, ਮੈਂ ਆਪਣੇ ਸ਼ੌਂਕ ਵਾਸਤੇ ਲਾਇਆ, ਮੈਂ ਕਿਸੇ ਕੋਲ ਲੈਣ ਵਾਸਤੇ ਨਹੀਂ ਲਾਇਆ। ਮੇਰਾ ਆਪਣਾ ਸ਼ੌਂਕ ਸੀ, ਮੈਂ ਲਾ ਲਿਆ। ਠੀਕ ਹੈ, ਲੇਕਿਨ ਉਹ ਮੇਰਾ ਸ਼ੌਂਕ ਮੇਲੇ 'ਚ ਪੂਰਾ ਨਹੀਂ ਹੋ ਸਕਿਆ, ਯਾਨੀ ਕਿ ਪੂਰੀ ਦੁਨੀਆ ਨੂੰ ਵਿਖਾਉਣਾ ਚਾਹੁੰਦਾ ਇਹ ਮੱਝਾਂ ਸਾਡੀਆਂ ਵੀ ਇਹਨਾਂ ਦੁੱਧ ਦੇ ਸਕਦੀਆਂ ਨੇ। ਅੱਛਾ ਚਲੋ ਕੋਈ ਗੱਲ ਨਹੀਂ, ਤੁਹਾਡੇ ਨਾਲ ਜ਼ਿਆਦਤੀ ਹੋਈ ਹੈ, ਇਹਦੇ ਕੋਈ ਸ਼ੱਕ ਨਹੀਂ, ਤੁਹਾਡਾ ਸ਼ੌਕ ਪੂਰਾ ਨਹੀਂ ਹੋ ਸਕਿਆ। ਇਨਸ਼ਾਅੱਲਾ ਅਸੀਂ ਵੀਡੀਓ ਬਣਾ ਰਹੇ ਹਾਂ, ਪੂਰੀ ਦੁਨੀਆ ਤੁਹਾਡੀ ਵੀਡੀਓ ਨੂੰ ਵੇਖੇਗੀ, ਤੁਹਾਡੀਆਂ ਮੱਝਾਂ ਨੂੰ ਵੇਖੇਗੀ, ਕਿਸੇ ਹੱਦ ਤੱਕ ਤੁਹਾਡੇ ਜਿਹੜੇ ਆਂਸੂ ਨੇ ਉਹ ਪੂੰਝੇ ਜਾਣਗੇ ਔਰ ਤੁਹਾਡਾ ਸ਼ੌਕ ਪੂਰਾ ਹੋਏਗਾ। ਅੱਛਾ ਇਹ ਦੱਸੋ, ਇਹ ਜਿਹੜੀ ਮੱਝ ਇਸ ਟਾਈਮ ਚੋਈ ਜਾ ਰਹੀ ਹੈ ਇਹ ਕਿੰਨਾ ਦੁੱਧ ਦਿੰਦੀ ਹੈ? ਇਹ ਜੀ ਮੇਰੀਆਂ ਮੱਝਾਂ ਅਲਹਮਦੁਲਿਲਾ ਦੋਵੇਂ ਜਿਹੜੀਆਂ ਨਾ ਪਾਟ ਕਲਾਸ ਤਾਂ ਆ ਰਹੀਆਂ ਹਨ। ਅਗਰ ਜੇ ਮੇਰੀ ਮੱਝ ਦੂਸਰੀ 18 ਕਿਲੋ ਟਾਈਮ ਦਾ ਦੁੱਧ ਦਿੰਦੀ ਸੀ, ਤੇ ਇਹ ਜਿਹੜੀ ਇੱਕ ਵੀ 19 ਕਿਲੋ ਦਿੰਦੀ ਸੀ। ਠੀਕ ਹੈ, ਅਗਰ ਜੇ ਉਹ 20 ਕਿਲੋ ਦਿੰਦੀ ਸੀ ਇਹ ਵਧਾਉਂਦੀ ਸੀ, ਯਾਨੀ ਕਿ ਇਸ ਤਰ੍ਹਾਂ ਦੋਵੇਂ ਮੱਝਾਂ ਜਿਹੜੀਆਂ ਮੇਰੀਆਂ ਅੱਗੇ ਪਿੱਛੇ ਜਾ ਰਹੀਆਂ ਨੇ, ਇੱਕੋ ਰੂਟੀਨ ਤੇ ਮੱਝਾਂ ਦੇ ਰਹੀਆਂ ਨੇ। ਲੇਕਿਨ ਜਿਹੜੀ ਮੱਝ ਮੇਰੀ ਪਹਿਲੇ ਜਿਸ ਮੱਝ ਦੀ ਚੁਆਈ ਹੋਈ ਹੈ ਉਹ ਮੇਰੀ ਮੱਝ ਬਹੁਤ ਸੁੱਚੀ ਸੀ। ਉਹ ਮੀਰਪੁਰ ਤੋਂ ਆਪਣੇ ਦੋਸਤਾਂ ਕੋਲੋਂ ਬੜੇ ਧੱਕੇ ਨਾਲ ਬੜਾ ਚਿਰ ਹੋ ਗਿਆ ਲਈ ਸੀ, ਮਜਬੂਰ ਕਰਕੇ। ਉਸ ਮੱਝ ਦਾ ਨਾਮ ਵੀ ਹੈ ਦੁਨੀਆ ਤੇ, ਅੱਗੇ ਵੀ ਮੱਝ ਨੇ 22 ਕਿਲੋ ਦੀ ਚੁਆਈ ਉਹਨੇ ਕਰਾਈ ਹੈ। ਅਸੀਂ ਦੂਸਰੀ ਮੱਝ ਦੀ ਤਾਰਕ ਅਰਸ਼ਾਦ ਗੁਜਰ ਸਾਹਿਬ ਦੀ ਦੂਸਰੀ ਮੱਝ ਦੀ ਚੁਆਈ ਕਰ ਰਹੇ ਹਾਂ। ਪਹਿਲੀ ਜਿਹੜੀ ਮੱਝ ਦੀ ਅਸੀਂ ਚੁਆਈ ਕੀਤੀ ਉਹਦੀ ਵੀ ਵੀਡੀਓ ਬਣ ਚੁੱਕੀ ਹੈ, ਇਨਸ਼ਾਅੱਲਾ ਉਹ ਵੀ ਭਾਈਆਂ ਨੂੰ ਦਿਖਾਈ ਜਾਏਗੀ। ਉਹਦਾ 18 ਕਿਲੋ 176 ਗ੍ਰਾਮ ਦੁੱਧ ਇੱਕ ਟਾਈਮ ਦਾ ਹੋਇਆ ਹੈ। ਅੱਛਾ ਅਰਸ਼ਾਦ ਭਾਈ ਇਹ ਦੱਸਿਆ ਜੇ
ਜਿਸਲੇ ਮੱਝ ਤੁਸੀਂ ਕੰਪੀਟੀਸ਼ਨ ਵਾਸਤੇ ਲੈ ਕੇ ਜਾਂਦੇ ਜੇ ਉਹਦੀ ਕੋਈ ਮੁਕੰਮਲ ਤਿਆਰੀ ਕਰਦੇ ਜੇ ਕੋਈ 10 ਦਿਨ ਪਹਿਲੇ 5 ਦਿਨ ਪਹਿਲੇ ਜਾਂ ਕਿ ਉਵੇਂ ਲੈ ਜਾਂਦੇ? ਭਾਜੀ ਸਹੀ ਹਿਸਾਬ ਲਾਈ ਤੇ 1 ਸਾਲ ਤੋਂ ਮੱਝਾਂ ਦੀ ਤਿਆਰੀ ਹੁੰਦੀ ਹੈ। ਜਦੋਂ ਇਹ ਹਾਮਲਾ ਹੁੰਦੀਆਂ ਨੇ ਨਾ, ਇਹਨਾਂ ਦੀ ਉਦੋਂ ਤਿਆਰੀ ਹੁੰਦੀ ਹੈ। ਇਹਨਾਂ ਨੂੰ ਘਿਓ ਦੇਸੀ ਦਿੱਤਾ ਜਾਂਦਾ, ਤੇਲ ਦਿੱਤਾ ਜਾਂਦਾ, ਇਹਨਾਂ ਦੀ ਦੇਖਭਾਲ ਕਰੀ ਜਾਂਦੀ ਹੈ। ਉਸ ਤੋਂ ਬਾਅਦ ਤਿਆਰੀ ਹੁੰਦੀ ਹੈ। ਜਿਸ ਟਾਈਮ ਐਨ ਰੈਡੀ ਟਾਈਮ ਤਿਆਰੀ ਲੱਗ ਜਾਂਦੀ ਹੈ, ਯਾਨੀ ਕਿ 1.5 ਮਹੀਨਾ ਰਹਿ ਜਾਵੇ, ਫਿਰ ਅਸੀਂ ਇਹਨਾਂ ਦੀ ਮੁਕੰਮਲ ਤਿਆਰੀ ਹੋਰ ਮੌਜੂਦ ਕਰਨੇ ਆ ਜ਼ਿਆਦਾ, ਯਾਨੀ ਕਿ ਸਾਡੀਆਂ ਮੱਝਾਂ ਦੁੱਧ ਦੇ ਸਕਣ। ਉਂਝ ਰੂਟੀਨ ਨਾਲ ਵੀ ਅਲਹਮਦੁਲਿਲਾ ਮੇਰੀਆਂ ਮੱਝਾਂ ਬਹੁਤ ਦੁੱਧ ਦਿੰਦੀਆਂ ਨੇ। ਅਗਰ ਕਿਸੇ ਭੈਣ ਭਰਾ ਨੂੰ ਸ਼ੱਕ ਹੋਵੇ, ਮੇਰੀਆਂ ਮੱਝਾਂ ਜਦੋਂ ਮਰਜ਼ੀ ਆ ਕੇ ਜਿਹੜੀ ਮਰਜ਼ੀ ਤਰੀਕ ਤੇ ਆ ਕੇ ਚੋ ਸਕਦਾ, ਮੈਨੂੰ ਕੋਈ ਗਿਲਾ ਨਹੀਂ ਕਿਸੇ ਤੇ। ਅੱਛਾ ਇਹ ਦੱਸਿਆ ਜੇ, ਠੀਕ ਹੋ ਗਿਆ। ਅਗਰ ਕੋਈ ਭਾਈ ਤੁਹਾਡੇ ਤਰ੍ਹਾਂ ਹੋਰ ਵੀ ਲੋਕ ਮੇਲਿਆਂ 'ਚ ਗਿਆ ਸੀ, ਹਾਂਜੀ। ਆਪਦੇ ਸ਼ੌਕ ਵਾਸਤੇ ਆਪਦੇ ਡੰਗਰ ਲੈ ਕੇ ਗਿਆ ਸੀ, ਮੱਝਾਂ ਲੈ ਕੇ ਗਿਆ ਸੀ ਆਪਦਾ ਸ਼ੌਕ ਪੂਰਾ ਕਰਨ ਵਾਸਤੇ, ਅਗਰ ਕੋਈ ਭਾਈ ਆਪਦਾ ਸ਼ੌਕ ਪੂਰਾ ਕਰਨ ਵਾਸਤੇ ਮੇਲੇ 'ਚ ਤਾਂ ਨਹੀਂ ਹੋ ਸਕਿਆ, ਤੁਹਾਡੀ ਮੱਝ ਨਾਲ ਆਣ ਕੇ ਮੱਝ ਲਾਣਾ ਚਾਹਵੇ, ਆਪਦਾ ਤੁਹਾਡੇ ਨਾਲ ਮੁਕਾਬਲਾ ਕਰਨਾ ਚਾਹਵੇ, ਤੁਸੀਂ ਇਜਾਜ਼ਤ ਦਿਓਗੇ ਜਾਂ ਕਿ ਨਹੀਂ? ਮੈਂ ਜੀ ਇਸੇ ਸ਼ੌਂਕ ਵਾਸਤੇ ਗਿਆ ਹਾਂ। ਇਸ ਗੱਲ ਦਾ ਤਾਂ ਮੇਰਾ ਗਿਲਾ ਕੋਈ ਨਹੀਂ। ਮੈਂ ਤਾਂ ਇਹਨਾਂ ਕੋਈ ਮੁਕਾਬਲਾ ਮੇਰੇ ਨਾਲ ਆ ਕੇ ਕਰੇ, ਮੁਕਾਬਲੇ ਵਾਸਤੇ ਮੈਂ ਗਿਆ ਸਾਂ। ਇਹ ਹਿਸਾਬ ਕਿਤਾਬ ਰੱਖ ਕੇ ਗਿਆ ਸਕ ਵੀ ਹੁਣ ਮੈਂ ਕਹਾਂ ਕੋਈ ਮੱਝ ਚਵਾਣ ਡਿਆ, ਮੇਰਾ ਮਕਸਦ ਹੀ ਇਹ ਹੀ ਹੈ ਚੋਣ ਦਾ। ਅਗਰ ਦੁਨੀਆ ਨੂੰ ਪਤਾ ਲੱਗੇ ਅਗਰ ਸ਼ਾਦ ਕੋਲ ਮੱਝ ਹੈਗੀ ਤੇ ਉਹਦੇ ਨਾਲ ਮੁਕਾਬਲਾ ਕਰੋ। ਅੱਛਾ ਤੁਸੀਂ ਆਪਦਾ ਨੰਬਰ ਦੱਸ ਦਿਓ ਤਾਂ ਕਿ ਕੋਈ ਭਾਈ ਵੀ ਸ਼ੌਕ ਕਰਨਾ ਚਾਹਵੇ, ਆਪਦਾ ਸ਼ੌਕ ਪੂਰਾ ਕਰਨਾ ਚਾਹਵੇ, ਤੁਹਾਡੇ ਨਾਲ ਮੱਝ ਆਣ ਕੇ ਲਾਵੇ, ਆਪਦੀ ਚੁਆਈ ਵੀ ਕਰੇ। ਮੇਰਾ ਨੰਬਰ ਜੀ 0346 27 792 ਮੇਰਾ ਰਾਬਤਾ ਨੰਬਰ ਹੈਗਾ, ਤੇ ਜਿਸ ਟਾਈਮ ਮਰਜ਼ੀ ਮੇਰੇ ਕੋਲ ਰਾਬਤਾ ਕਰ ਲਵੇ। ਆਪਦਾ ਜਿਹੜਾ ਡੇਰਾ ਹੈ ਉਹ ਵੀ ਦੱਸ ਦਿਓ, ਜਿਹੜਾ ਤੁਹਾਡਾ ਆਪਦਾ ਅਸਲ ਡੇਰਾ ਹੈ। ਜੀ ਮੈਂ ਨਸ਼ਹਿਰੇ ਰੋਡ ਤੇ ਸਾਡੀ ਰਿਹਾਇਸ਼ ਹੈ, ਨਿੱਕੀ ਮਾੜੀ ਪਿੰਡ ਹੈ ਸਾਡਾ, ਜ਼ਿਲ੍ਹਾ ਗੁਜਰਾਂਵਾਲਾ, ਤਹਿਸੀਲ ਨਸ਼ਹਿਰਾ ਵਿਰਕਾ। ਠੀਕ ਹੈ, ਜਦੋਂ ਮਰਜ਼ੀ ਆ ਕੇ ਸਾਨੂੰ ਰਾਬਤਾ ਕਰ ਲਵੇ। ਅਲਹਮਦੁਲਿਲਾ ਅਸੀਂ ਇੱਥੋਂ ਦੇ ਰਹਿਣ ਵਾਲੇ ਹਾਂ। ਸਹੀ ਹੋ ਗਿਆ। ਮੱਝ ਦੀ ਚੁਆਈ ਭਾਈਆਂ ਨਜ਼ਰ ਆ ਰਹੀ ਹੈ, ਮੱਝ ਭਾਈ ਚੋ ਰਹੇ ਨੇ। ਇਹਦਾ ਮੁਕੰਮਲ ਰਿਜ਼ਲਟ ਇਨਸ਼ਾਅੱਲਾ ਵੀਡੀਓ ਦੇ ਐਂਡ ਤੇ ਤੁਹਾਨੂੰ ਭਾਈਆਂ ਨੂੰ ਮਿਲ ਜਾਏਗਾ। ਅੱਛਾ ਅਰਸ਼ਾਦ ਭਾਈ ਇਹ ਦੱਸਿਆ ਜੇ ਜਿਸਲੇ ਮੱਝ ਨੂੰ ਤਿਆਰੀ ਦਿੰਦੇ ਜੇ 1.5 ਮਹੀਨਾ, ਤੁਸੀਂ ਕਹਿੰਦੇ ਪਹਿਲੇ ਜਿਲੇ ਅਸੀਂ ਮੁਕੰਮਲ ਤਿਆਰੀ ਦੇਣੀ ਸ਼ੁਰੂ ਕਰੀਏ, ਉਸ ਲਈ ਤੁਹਾਡਾ ਰੋਜ਼ਾਨਾ ਦੀ ਬੁਨਿਆਦ ਤੇ ਇੱਕ ਮੱਝ ਤੇ ਕਿੰਨਾ ਖਰਚਾ ਆਉਂਦਾ ਹੈ ਤੇ ਕੀ ਇਹਨਾਂ ਨੂੰ ਤਿਆਰੀ 'ਚ ਕੀ ਇਸਤੇਮਾਲ ਕਰਦੇ ਜੇ? ਤਕਰੀਬਨ ਇੱਕ ਮੱਝ ਤੇ 3 ਬੰਦੇ ਹੁੰਦੇ ਨੇ। ਮਾਲਸ਼ੀ ਮੱਝ ਦੀ ਮਾਲਿਸ਼ ਕਰਦੇ ਨੇ, ਖੁਰਾਕ ਦਿੰਦੇ ਨੇ, ਉਹਨਾਂ ਦਾ ਵੀ ਖਰਚਾ ਹੈਗਾ। ਤਕਰੀਬਨ ਇੱਕ ਮੱਝ ਤੇ 15,000 ਰੁਪਇਆ ਦਿਹਾੜੀ ਦਾ ਖਰਚਾ ਹੁੰਦਾ। ਔਰ ਮੈਡੀਸਨ ਇਹ ਉਹ ਵੰਡਾ ਇਸ ਤਰ੍ਹਾਂ ਦੀ ਸ਼ਾਵਾਂ ਇਹਨਾਂ ਨੂੰ ਪਾਣੀਆਂ ਪੈਂਦੀਆਂ ਨੇ, ਯਾਨੀ ਕਿ ਸਭ ਅੱਛੀਆਂ ਸ਼ਾਵਾਂ ਇਹਨਾਂ ਨੂੰ ਪਾਈ ਤੇ ਕਰਮ ਵਾਲੀਆਂ ਦੁੱਧ ਦਿੰਦੀਆਂ ਨੇ। ਔਰ ਰੂਟੀਨ ਤੇ ਵੀ ਅਲਹਮਦੁਲਿਲਾ ਬਤੇਰਾ ਦੁੱਧ ਦਿੰਦੀਆਂ ਨੇ। ਰੂਟੀਨ ਤੇ ਵੀ ਕੋਈ ਚੋਣਾ ਚਾਹਵੇ ਤਾਂ ਕੋਈ ਗਿਲਾ ਨਹੀਂ ਆ ਮੈਨੂੰ। ਅੱਛਾ ਉਹ ਖਰਚਾ ਤਾਂ ਫਿਰ 1.5 ਮਹੀਨੇ ਲੱਖਾਂ ਚਲਾ ਜਾਂਦਾ, 6-7 ਲੱਖ ਰੁਪਇਆ ਜਾਂ ਇਸ ਤੋਂ ਵੀ ਜ਼ਿਆਦਾ। ਤੇ ਇਨਾਮ ਮੱਝ ਦਾ ਕਿੰਨਾ ਹੁੰਦਾ ਜਿਹੜੀ ਮੱਝ ਜਿੱਤਦੀ ਹੈ? ਇਨਾਮ ਤੇ ਜੀ ਪਤਾ ਨਹੀਂ, ਉੱਥੇ ਲੱਖ ਰੁਪਈਆ ਸੀ 2 ਸੀ। ਨਾਮ ਦੀ ਮੈਨੂੰ ਕੋਈ ਖੁਸ਼ੀ ਨਹੀਂ ਸੀ ਬਿਲਕੁਲ ਵੀ। ਮੈਂ ਕਹਿੰਦਾ ਵੀ ਦੁਨੀਆ ਤੇ ਇੱਕ ਨਾਂ ਹੋਣਾ ਚਾਹੀਦਾ। ਨਾਮ ਤੇ ਮੈਂ ਡਾਕਟਰ ਸਮੀਉੱਲਾ ਨੂੰ ਕਿਹਾ ਸੀ ਖੁਦ ਹੀ ਪਹੁੰਚਾ, ਤੁਸੀਂ ਆਪ ਰੱਖ ਲਿਆ ਜੇ, ਮੈਨੂੰ ਕੋਈ ਸ਼ੌਂਕ ਨਹੀਂ ਨਾਮ ਦਾ, ਲੇਕਿਨ ਮੇਰੀਆਂ ਮੱਝਾਂ ਕਿਸੇ ਤਰੀਕੇ ਚਵਾ ਦਿਓ। ਉਹਨਾਂ ਹੱਥ ਜੋੜ ਕੇ ਮਾਫੀ ਮੰਗੀ। ਉਹਨਾਂ ਕਿਹਾ ਵੀ ਗੱਲ ਇਹ ਹੈਗੀ ਕਿ ਮੇਰੇ ਤੋਂ ਗਲਤੀ ਹੋਈ ਹੈ ਭਾਜੀ, ਕੋਈ ਮੇਰੇ ਤੇ ਗਿਲਾ ਨਾ ਕਰੇ। ਮੇਰੀ ਬੇਵਸੀ ਹੋ ਗਈ ਸੀ ਕਿ ਨਹੀਂ ਪੁਲਿਸ ਵਾਲਿਆਂ ਚੱਲਣ ਦਿੱਤੀ, ਪੁਲਿਸ ਵਾਲਿਆਂ ਬਲਕਿ ਬਦਤਮੀਜੀ ਵੀ ਉੱਥੇ ਕੀਤੀ, ਅਸੀਂ ਬਰਦਾਸ਼ਤ ਕੀਤਾ। ਕਿਉਂ? ਮੈਂ ਕਿਹਾ ਅਸੀਂ ਪਰਦੇਸੀ ਆਏ ਹਾਂ ਗੁਜਰਾਤ ਤੇ ਇੱਥੇ ਬਦਤਮੀਜੀ ਕਰਾਂਗੇ ਜਾ ਰਹੇ। ਇਹਨਾਂ ਨੂੰ ਕੀ ਪਤਾ ਕਿ ਵੀ ਇਹ ਕਿਸ ਜੇਨ ਦੇ ਬੰਦੇ ਨੇ, ਕੀ ਹਿਸਾਬ ਕਿਤਾਬ ਹੈ। ਅਸਾਂ ਕਿ ਗੌਰਮੈਂਟ ਨਾਲ ਤਾਂ ਮੱਥਾ ਕੋ ਨਹੀਂ, ਅਸੀਂ ਸਬਰ ਰੱਖ ਕੇ ਬਾਹਰ ਡੇਰੇ ਤੇ ਆ ਕੇ ਬਹਿ ਗਏ। ਚਲੋ ਕੋਈ ਗੱਲ ਨਹੀਂ, ਤੁਹਾਡੇ ਨਾਲ ਨਾ ਇਨਸਾਫੀ ਹੋਈ ਹੈ ਤੇ ਕੋਈ ਗੱਲ ਨਹੀਂ, ਇਹ ਦੁਨੀਆ ਦਾ ਨਿਜ਼ਾਮ ਹੁੰਦਾ ਰਹਿੰਦਾ। ਤੁਹਾਡੀ ਮੱਝ ਦੀ ਚੁਆਈ ਹੋ ਰਹੀ ਹੈ, ਇਨਸ਼ਾਅੱਲਾ ਲੋਕਾਂ ਨੂੰ ਤੁਹਾਡਾ ਸ਼ੌਕ ਦਿਖਾਇਆ ਜਾ ਰਿਹਾ ਹੈ ਤੇ ਤੁਹਾਡਾ ਸ਼ੌਕ ਲੋਕਾਂ ਤੱਕ ਪਹੁੰਚੇਗਾ। ਔਰ ਇਨਸ਼ਾਅੱਲਾ ਤੁਹਾਨੂੰ ਲੋਕ ਫੋਨ ਕਰਨਗੇ, ਤੁਹਾਨੂੰ ਕਾਲਾਂ ਕਰਨਗੇ, ਤੁਹਾਡੇ ਨਾਲ ਆਪਦੇ ਡੰਗਰ ਲਾ ਕੇ ਸ਼ੌਕ ਵੀ ਪੂਰਾ ਕਰਨਗੇ ਤੇ ਨਾਲੇ ਤੁਹਾਡੀ ਤਾਰੀਫ ਵੀ, ਅਗਰ ਡੰਗਰ ਤਾਰੀਫ ਦੇ ਕਾਬਲ ਹੋਏ ਉਹ ਤੁਹਾਨੂੰ ਨਜ਼ਰ ਆ ਜਾਣਗੇ ਤੇ ਇਨਸ਼ਾਅੱਲਾ ਤਾਰੀਫ ਵੀ ਕਰਨਗੇ ਤੁਹਾਨੂੰ। ਤੁਸੀਂ ਪਰੇਸ਼ਾਨ ਨਹੀਂ ਹੋਣਾ, ਮੱਝ ਦੀ ਮਾਸ਼ਾਅੱਲਾ ਚੁਆਈ ਹੋ ਰਹੀ ਹੈ। ਅੱਛਾ ਇਹ ਦੱਸੋ, ਇਹ ਜਿਹੜੀ ਨਸਲ ਤੁਹਾਡੇ ਕੋਲ ਹੈਗੀ, ਅਗਰ ਕੋਈ ਭਾਈ ਨਸਲ ਆਪਦੀ ਤੁਹਾਡੇ ਕੋਲ ਨਸਲ ਲੈਣਾ ਚਾਹਵੇ ਤੇ ਤੁਸੀਂ ਕੀ ਉਹਨੂੰ ਦਿਓਗੇ ਤਾਂ ਕਿ ਕੋਈ ਭਾਈ ਦਾ ਸ਼ੌਕ ਕਰਨਾ ਚਾਹੁੰਦਾ, ਜਾਂ ਕਿ ਮਤਲਬ ਤੁਸੀਂ ਆਪਦੇ ਵਾਸਤੇ ਹੀ ਮਖਸੂਸ ਰੱਖੀ? ਭਾਜੀ ਪਹਿਲੀ ਗੱਲ ਤੇ ਇਹ ਵੇਖ, ਇਹ ਨਸਲ ਬਣਾਉਣ ਵਾਸਤੇ ਸਾਡਾ ਬੜਾ ਇੱਕ ਅਰਸਾ ਲੱਗਿਆ। ਠੀਕ ਹੈ, ਅਸੀਂ ਇਸ ਨਸਲ ਨੂੰ ਵੇਚ ਕੇ ਰਾਜੀ ਨਹੀਂ। ਅਗਰ ਕੋਈ ਭੈਣ ਭਰਾ ਆ ਕੇ ਮਜਬੂਰ ਕਰਦਾ ਕਿਸੇ ਨੂੰ, ਫਿਰ ਕੋਈ ਕਰਨਾ ਹੀ ਪੈਂਦਾ। ਘਾਟਾ ਵਾਧਾ ਕੋਈ ਨਹੀਂ ਗੱਲ ਯਾਰ, ਸਾਡਾ ਦਿਲ ਦਾ ਸ਼ੌਂਕ, ਇਹਦਾ ਵੀ ਸ਼ੌਂਕ ਹੈਗਾ, ਸਾਡਾ ਕੋਈ ਗਿਲਾ ਨਹੀਂ ਹੈਗਾ। ਫਿਰ ਅਸੀਂ ਉਹਨੂੰ ਜਿਹੜਾ ਨਾ ਕਿ ਵੀ ਉਹਦਾ ਮਾਨ ਰੱਖ ਲੈਂਦੇ ਆਉਣ ਦਾ, ਤੇ ਉਹਨੂੰ ਕਹਿੰਦੇ ਕਿ ਚਲੋ ਵੀ ਤੇਰੇ ਨਾਲ ਕੋਈ ਗਿਲਾ ਨਹੀਂ ਹੈਗਾ। ਫਿਰ ਅਸੀਂ ਉਹਨੂੰ ਜਿਹੜਾ ਨਾ ਕਿ ਵੀ ਉਹਦਾ ਮਾਨ ਰੱਖ ਲੈਂਦੇ ਆਉਣ ਦਾ, ਤੇ ਉਹਨੂੰ ਕਹਿੰਦੇ ਕਿ ਚਲੋ ਵੀ ਤੇਰੇ ਨਾਲ ਕੋਈ ਕਰਨੇ ਆ, ਤੈਨੂੰ ਦੇ ਦਿੰਦੇ ਇਸ ਨਸਲ ਨੂੰ, ਲੇਕਿਨ ਅਸੀਂ ਵੇਚ ਕੇ ਖੁਸ਼ ਨਹੀਂ ਹੈਗੇ। ਯਾਨੀ ਕਿ ਤੁਸੀਂ ਪੈਸਿਆਂ ਦੀ ਵਜ੍ਹਾ ਤੋਂ ਜਾਨਵਰ ਨਹੀਂ ਵੇਚਣਾ ਚਾਹੁੰਦੇ ਜੀ। ਅਗਰ ਕੋਈ ਭਾਈ ਆਪਦਾ ਸ਼ੌਕ ਪੂਰਾ ਕਰਨਾ ਚਾਹਵੇ, ਜਿਵੇਂ ਤੁਸੀਂ ਸ਼ੌਕ ਕਰ ਰਹੇ ਜੇ, ਤੇ ਤੁਸੀਂ ਉਹਦਾ ਸ਼ੌਕ ਪੂਰਾ ਕਰਨ ਦੀ ਵਜ੍ਹਾ ਤੋਂ ਉਹਨੂੰ ਡੰਗਰ ਦਿੰਦੇ ਜੇ, ਤੇ ਉਹ ਤੁਸੀਂ ਕੀ ਸਮਝਦੇ ਜੇ ਕਿ ਡੰਗਰ ਤੁਸੀਂ ਮੁੱਲ ਦਿਓਗੇ, ਕਿੰਨੀ ਕੀਮਤ ਨਾਲ ਦਿਓਗੇ, ਜਾਂ ਕਿ ਸ਼ੌਕ ਦਾ ਕੋਈ ਮੁੱਲ ਨਹੀਂ? ਭਾਜੀ ਜੇ ਕੀਮਤ ਦਾ ਹਿਸਾਬ ਲਾਈਏ ਤਾਂ ਫਿਰ ਸ਼ੈ ਕੋ ਨਹੀਂ ਖਰੀਦੀ ਜਾਂਦੀ। ਜਿਹੜੀ ਪਹਿਲੀ ਮੱਝ ਮੈਂ ਚੋਈ ਹੈਗੀ ਉਹ ਮੈਂ 18 ਲੱਖ ਰੁਪਏ ਦੀ ਖਰੀਦੀ ਹੈ ਆਪਣੇ ਸ਼ੌਂਕ ਨਾਲ। ਅਗਲਾ ਬੰਦਾ ਕਹਿ ਦਿੰਦੇ 18 ਲੱਖ ਰੁਪਏ ਦੀ ਮੱਝ ਖਰੀਦੀ, ਇਹਨੇ ਬੰਦਾ ਕੀ ਕਰਨ ਡਿਆ, ਲੇਕਿਨ ਮੈਂ ਆਪਣਾ ਸ਼ੌਂਕ ਸੀ। ਯਾਰ ਜੇ ਜਿਹਨੇ ਮੇਰੇ ਤੋਂ ਲੈਣੀ ਉਹਨੇ ਆਪਣੇ ਸ਼ੌਂਕ ਵਾਸਤੇ ਲੈਣੀ ਹੈ, ਤੇ ਸ਼ੌਂਕ ਦਾ ਮੁੱਲ ਕੋਈ ਨਹੀਂ ਹੁੰਦਾ।
ਹੋ ਸਕੇ ਉਸ ਤੋਂ ਜ਼ਿਆਦਾ ਮੰਗਾ, ਹੋ ਸਕੇ ਘੱਟ ਮੰਗਾ ਕਿਸੇ ਹੋਰ ਜਾਨਵਰ ਦੇ ਮੈਂ ਉਹ, ਲੇਕਿਨ ਆਪਣਾ ਮੇਰਾ ਸ਼ੌਂਕ ਹੈਗਾ, ਮੈਂ ਜਿਤਨੇ ਮਰਜ਼ੀ ਮੰਗ ਲਾਂ, ਅਗਲੇ ਨੇ ਆਪਣੇ ਸ਼ੌਂਕ ਵਾਸਤੇ ਲੈਣੇ ਹੈ। ਅੱਛਾ ਇਹ ਦੱਸੋ, ਇਸ ਤੋਂ ਪਹਿਲੇ ਵੀ ਤੁਸੀਂ ਮੇਲੇ 'ਚ ਗਏ ਜੇ ਅੱਜ ਤੱਕ, ਜਾਂ ਤੁਹਾਡਾ ਪਹਿਲਾ ਤਜਰਬਾ ਸੀ? ਭਾਜੀ ਲੋਕਾਂ ਨੂੰ ਨਾ ਵੇਖੀਦਾ ਸੀ ਕਿ ਫਲਾਣਾ ਆਂਦਾ ਸੀ ਮੇਰੀ ਮੱਝ ਇੰਨਾ ਦੁੱਧ ਦੇ ਰਹੀ, ਫਲਾਣਾ ਆਂਦਾ ਮੇਰੀ ਮੱਝ ਇੰਨਾ ਦੁੱਧ ਦੇ ਰਹੀ, ਮੈਂ ਵੇਖਦਾ ਹੁੰਦਾ ਸਾਂ ਹਰ ਮੇਲੇ 'ਚ ਜਾ ਕੇ, ਲੇਕਿਨ ਮੈਂ ਸ਼ੌਂਕ ਨਹੀਂ ਕੀਤਾ ਸੀ ਆਪ। ਫਿਰ ਮੈਂ ਜੇ ਸੋਚਿਆ ਐਡੀ ਕੀਮਤੀ ਮੱਝਾਂ ਨੇ ਮੇਰੇ ਕੋਲ, ਤੇ ਮੈਂ ਸ਼ੌਂਕ ਆ ਭਾਂਡਾ ਵੇਲਾ करके दिखाया जी, दिखाता है। एक बर्तन माशाल्लाह भरया जा चुका है और दूसरे विच चुआई शुरू हो चुकी है। अच्छा आपकी गल शुरू करो। ਭਾਜੀ ਮੈਂ ਇਹ ਜੇ ਸੋਚਿਆ ਸੀ ਵੀ ਯਾਰ ਲੋਕ ਇੰਨਾ ਦੁੱਧ ਚੋਰੇ ਨੇ ਮੱਝਾਂ ਥੱਲੋਂ, ਤੇ ਯਾਰ ਇਰਸ਼ਾਦ ਤੂੰ ਵੀ ਚੱਲ ਖੁਰੇ ਅੱਲਾ ਪਾ ਖੈਰ ਕਰੇ, ਤੇ ਲੇਕਿਨ ਮੈਂ ਮੱਝਾਂ ਦੀ ਆਪਣੀ ਤਿਆਰੀ ਲਾਈ, ਤੇ ਮੱਝਾਂ ਮਾਸ਼ਾਅੱਲਾ ਬਹੁਤ ਅੱਛੀਆਂ ਰਹੀਆਂ ਨੇ ਮੇਰੀਆਂ, ਤੇ ਅੱਛਾ ਦੁੱਧ ਸੀ ਮੱਝਾਂ ਥੱਲੇ। ਤੇ ਮੈਨੂੰ ਉਮੀਦ ਸੀ ਇੱਕ ਪੱਤੋ ਕੀ ਦਾ ਰਿਕਾਰਡ ਗੱਲਾਂ ਕਰਦੇ ਸਨ ਕਿ 52 ਕਿਲੋ ਦਾ ਹੋਇਆ, 53 ਦਾ ਹੋਇਆ, ਮੈਂ ਮੱਝਾਂ ਦਾ ਰਿਕਾਰਡ 60 ਕਿਲੋ ਦਾ ਉੱਥੋਂ ਇਨਸ਼ਾਅੱਲਾ ਲਾ ਕੇ ਆਉਣਾ ਸੀ, ਆਲ ਪਾਕਿਸਤਾਨ ਨੂੰ ਦੱਸ ਕੇ ਆਉਣਾ ਸੀ ਕਿ ਮੱਝਾਂ ਮੇਰੇ ਕੋਲ ਇਸ ਤਰੀਕੇ ਦੀ ਹਨ ਇਨਸ਼ਾਅੱਲਾ। ਅੱਛਾ ਜਿਹੜਾ ਇਹ ਰਿਕਾਰਡ ਲਾਇਆ ਜਾਂਦਾ ਅੱਗੇ 52 ਕਿਲੋ ਦਾ ਲੱਗਿਆ ਹੈ, ਇਹ ਕਿੰਨੇ ਟਾਈਮ ਚੁਆਈ ਕੀਤੀ ਜਾਂਦੀ? ਮੇਲੇ ਦਾ ਕੀ ਤਰੀਕਾਕਾਰ ਕੀ ਹੁੰਦਾ, ਉਹਦੀ ਪਾਲਿਸੀ ਕੀ ਹੁੰਦੀ ਹੈ? ਭਾਜੀ ਨਿਗਰਾਨ ਡਾਕਟਰ ਹੁੰਦੇ ਨੇ, ਪੁਲਿਸ ਵਾਲੇ ਮੁਲਾਜ਼ਮ ਹੁੰਦੇ ਨੇ ਕੋਲ, ਉਹ ਇਹ ਗੱਲ ਕਹਿੰਦੇ ਨੇ ਕਿ ਮੱਝਾਂ ਜਿਹੜੀਆਂ ਨਾ ਖਾਲੀ ਚੁਆਈ ਕਰੋ, ਯਾਨੀ ਕਿ ਸਾਫ਼ ਕਰੋ, ਜਿਸ ਤਰ੍ਹਾਂ ਹੁਣ ਚੁਆਈ ਹੋ ਰਹੀ ਹੈ। ਕੱਚੀ ਚੁਆਈ ਉਹਨੂੰ ਆਂਦੇ ਨੇ, 2 ਚੁਆਈਆਂ ਅਸੀਂ ਕੱਚੀਆਂ ਕਰਨੇ ਆ, ਤੀਸਰੀ ਚੁਆਈ ਪੱਕੀ ਕਰਨੇ ਆ, ਫਿਰ ਅੱਗੋਂ 2 ਪੱਕੀਆਂ ਕਰਨੇ ਆ। ਯਾਨੀ ਕੋਈ ਬੰਦਾ ਬੇਈਮਾਨਾ ਹੇਰਾ ਫੇਰੀ ਕਿਸੇ ਅਮਰ ਦੀ ਨਹੀਂ ਕਰ ਸਕਦਾ। ਇੱਕ ਹੁੰਦਾ ਨੇ ਯਾਰ ਬੇਈਮਾਨੇ ਨਾਲ ਦੁੱਧ ਚਵਾ ਰਿਹਾ, ਉੱਥੇ ਬੇਈਮਾਨੇ ਦਾ ਕੋਈ ਰਿਜ਼ਲਟ ਨਹੀਂ ਹੈਗਾ, ਸਭ ਇਮਾਨਦਾਰੀ ਨਾਲ ਮੱਝਾਂ ਚੋਂਦੇ ਨੇ, ਤੇ ਜੈਨੂਇਨ ਦੁੱਧ ਜਿਹੜਾ ਕੰਡੇ ਤੋਂ ਲਿਆ ਜਾਂਦਾ। ਨਹੀਂ ਉੱਥੇ ਬੇਈਮਾਨੀ ਦਾ ਕੋਈ ਕਨਸੈਪਟ ਨਹੀਂ ਹੁੰਦਾ, ਇਹ ਗੱਲ ਤੁਹਾਡੀ ਠੀਕ ਹੈ। ਉੱਥੇ ਕੈਮਰੇ ਵੀ ਲੱਗੇ ਹੁੰਦੇ ਨੇ, ਚੈਨਲਾਂ ਵਾਲੇ ਆਏ ਹੁੰਦੇ ਨੇ, ਵੀਡੀਓ ਬਣਾ ਰਹੇ ਹੁੰਦੇ ਨੇ, ਲਾਈਵ ਵੀਡੀਓ ਚੱਲ ਰਹੀਆਂ ਹੁੰਦੀਆਂ ਨੇ, ਉੱਥੇ ਬੇਈਮਾਨੀ ਵਾਲਾ ਕਨਸੈਪਟ ਨਹੀਂ ਹੈਗਾ। ਸਿਰਫ ਇਹ ਹੁੰਦਾ ਹੈ ਕਿ ਲੋਕ ਪੂਰਾ ਦਿਨ ਮੱਝ ਚਾਹੁੰਦੇ ਨਹੀਂ ਨੇ, ਉਹ ਮੇਲੇ 'ਚ ਲੈ ਆਉਂਦੇ ਨੇ, ਡੱਕਾ ਦਿੰਦੇ ਨੇ, ਤੇ ਉਹਦਾ ਫਿਰ ਉਹਨਾਂ ਹਾਲੇ ਕੱਢਿਆ ਕਿ ਪਹਿਲੇ ਕੱਚੀਆਂ ਚੁਆਈਆਂ ਕਰਦੇ ਨੇ, ਜਾਨਵਰਾਂ ਨੂੰ ਪਹਿਲੇ ਖਾਲੀ ਕੀਤਾ ਜਾਂਦਾ, ਫਿਰ ਬਾਅਦ ਤੋਂ ਐਂਡ ਦੇ 3 ਫਾਈਨਲ ਚੁਆਈਆਂ ਕੀਤੀਆਂ ਜਾਂਦੀਆਂ ਨੇ। ਤੇ ਤੁਸੀਂ ਕੀ ਸਮਝਦੇ ਤੁਹਾਡੀ ਮੱਝ 60 ਕਿਲੋ ਰਿਕਾਰਡ ਲਾਵੇ? ਹਾਂਜੀ ਪਹਿਲੇ ਅਸਾਂ 2 ਚੁਆਏ ਉੱਥੇ ਬੁਲਾਇਆ ਸਨ ਮੱਝ ਦੇ ਉੱਤੇ, ਸਾਡੀ ਮੱਝ ਇੱਕ ਚੁਆਵੇ ਕੋਲ ਚੋਈ ਨਹੀਂ ਜਾਂਦੀ ਸੀ। ਫਿਰ ਮੇਰੇ ਦੋਸਤ ਨੇ ਮੀਰਪੁਰ, ਇਹ ਜਿਹੜੇ ਸਾਹਮਣੇ ਖਲੋਤੇ ਨੇ, ਇਹਨਾਂ ਨੂੰ ਅਸਾਂ ਫੋਨ ਕੀਤਾ ਕਿ ਯਾਰ ਤੁਸੀਂ ਆਓ, ਮੈਂ ਬੜਾ ਪਰੇਸ਼ਾਨ ਹਾਂ, ਮੱਝ ਥੱਲੇ ਦੁੱਧ ਹੈਗਾ, ਅਗਰ ਚੋਣ ਖੁਣੋਂ ਮੱਝ ਰਹਿ ਜਾਵੇ ਤੇ ਬਹੁਤ ਪਰੇਸ਼ਾਨੀ ਹੈ। ਇਹ ਅਲਹਮਦੁਲਿਲਾ ਜੀ 3 ਭਾਈ ਆਏ ਨੇ ਉੱਥੋਂ, ਇਹਨਾਂ ਕਿਹਾ ਅਗਰ ਜੇ ਸਾਡੇ ਤੋਂ ਮੱਝ ਤੇਰੀ ਨਾ ਚੋਈ ਗਈ ਤੇ ਅਸੀਂ ਜ਼ਿੰਦਗੀ ਦੇ ਵਿੱਚ ਅੱਗੋਂ ਮੱਝਾਂ ਨਾ ਚੋਵਾਂਗੇ। ਇੱਕ ਮੁੰਡਾ ਹਾਫਿਜ਼ ਮੱਝ ਚੋਰਿਆ, ਇੱਕ ਭਾਈ ਹੈ ਭਲਵਾਨ ਖਲੋਤਾ ਹੈਗਾ, ਇੱਕ ਦੋਸਤ ਇੱਥੇ ਹੀ ਹੋਣਾ ਨਾਲ ਪਰਲੇ ਪਾਸੇ। ਕਿੱਥੇ ਗਿਆ ਭਲਵਾਨ? ਤੇ ਇੱਧਰ ਆ। ਅਗਲੀ ਮੱਝ ਭਾਜੀ ਇਸ ਬੰਦੇ ਨੇ ਚੋਈ ਹੈ, ਮੀਰਪੁਰੋਂ ਆਏ ਨੇ ਮਹਿਮਾਨ ਮੇਰੇ, ਤੇ ਹੁਣ ਵੀ ਦੂਸਰਾ ਇਹਨਾਂ ਦਾ ਭਾਈ ਚੋਰਿਆ ਦੂਸਰੀ ਮੱਝ, ਇਹ ਚੁਆਈ ਵਾਸਤੇ ਸਪੈਸ਼ਲ ਬੁਲਾਏ ਸਨ, ਯਾਨੀ ਕਿ ਟਾਈਮ ਕੋਈ ਨਹੀਂ ਸਿੱਖ ਸਕਿਆ ਵੀ ਤੁਸੀਂ ਆ ਕੇ ਸਾਡੀ ਮੱਝ ਚੋ ਸਕਦੇ ਹੋ, ਲੇਕਿਨ ਇਹਨਾਂ ਮੇਰੀ ਮੱਝ 5 ਮਿੰਟਾਂ ਦੇ ਵਿੱਚ ਚੋਈ ਹੈ ਉੱਥੇ, ਤੇ ਸਾਡਾ ਦਿਲ ਬੜਾ ਖੁਸ਼ ਹੋਇਆ। ਮੈਂ ਕਿਹਾ ਵੀ ਹੁਣ ਅਲਹਮਦੁਲਿਲਾ ਸਾਨੂੰ ਪਰੇਸ਼ਾਨੀ ਕੋਈ ਨਹੀਂ, ਅੱਗੋਂ ਚੋਣ ਤੋਂ ਬਿਨਾਂ ਸਾਡੀ ਮੱਝ ਦੁੱਧ ਰੱਖ ਜਾਂਦੀ ਸੀ। ਕਦੇ ਕਹੇ ਯਾਰ ਤੇਰੀ ਮੱਝ ਨੂੰ ਕਿਸੇ ਕੁਛ ਕਰ ਛੜਿਆ, ਕੋਈ ਦਮ ਕਰ ਛੜਿਆ, ਮੈਂ ਕਿਹਾ ਇਹ ਗੱਲਾਂ ਫਜ਼ੂਲ ਨੇ, ਕੋਈ ਦਮ ਨਹੀਂ ਹੁੰਦਾ, ਕੋਈ ਕਿਸ ਤੇ ਕੁਛ ਨਹੀਂ ਕਰ ਸਕਦਾ। ਅੱਲਾਹ ਪਾਕ ਨੇ ਨੂਰ ਦਿੱਤਾ, ਖੁਦਾ ਦੇ ਨੂਰ ਤੇ ਕੀ ਜਾਦੂ ਟੂਣਾ ਚੱਲਣਾ। ਤੇ ਇਹਨਾਂ ਆ ਕੇ ਮੱਝ ਚੋਈਏ, ਸਾਰੇ ਟੂਣੇ ਟੱਪੇ ਟੁੱਟ ਗਏ ਨੇ, ਉਸੇ ਟਾਈਮ ਇਹਨਾਂ ਮੱਝਾਂ ਚੋ ਛੜੀਆਂ ਨੇ। ਅਲਹਮਦੁਲਿਲਾ ਸਾਡਾ ਦਿਲ ਬਹੁਤ ਖੁਸ਼ ਹੋਇਆ ਇਸ ਗੱਲ ਤੇ। ਅੱਛਾ ਇਹ ਦੱਸਿਆ ਜੇ ਕਿ ਉੱਥੇ ਮੇਲੇ ਜਿਲੇ ਮੁਕਾਬਲਾ ਹੋ ਰਿਹਾ ਹੁੰਦਾ ਹੈ, ਉਹਲੇ ਕੋਈ ਟਾਈਮ ਹੀ ਹੁੰਦਾ ਹੈ ਕਿ ਇੰਨੇ ਮਿੰਟਾਂ 'ਚ ਮੱਝ ਚੋਣੀ ਹੈ, ਜਾਂ ਕਿ ਜਿੰਨੀ ਦੇਰ ਚੁਆਈ ਹੁੰਦੀ ਹੈ ਰੂਟੀਨ ਨਾਲ ਜਿੰਨਾ ਦੁੱਧ ਦੇਗਾ ਉਹ ਸਾਰਾ ਚੋਣਾ ਹੈ? ਭਾਜੀ 20 ਮਿੰਟ ਦਾ ਟਾਈਮ ਹੈ ਚੁਆਈ ਦਾ, 20 ਮਿੰਟ ਦੇ ਵਿੱਚ ਹੀ ਬੱਚਾ ਲਾਣਾ ਮੱਝ ਥੱਲੇ, 20 ਮਿੰਟ ਦੇ ਵਿੱਚ ਮੱਝ ਚੋਣੀ ਹੈ। ਜਿੰਨੇ 20 ਮਿੰਟਾਂ ਵਿੱਚ ਮੱਝ ਚੋਲੀ ਠੀਕ ਹੈ, ਨਾ ਚੁੱਪੀ ਤੇ ਰਹਿ ਗਈ ਤੇ ਰਹਿ ਗਈ, 20 ਮਿੰਟਾਂ ਬਾਅਦ ਉੱਠ ਜਾਣਾ। ਕਈ ਬੰਦੇ ਜਿਹੜੇ 20 ਮਿੰਟ ਪੂਰੇ ਕਰਕੇ ਮੱਝਾਂ ਥੱਲੇ ਉੱਠਦੇ ਨੇ, ਕਈ ਬੰਦੇ 5 ਮਿੰਟਾਂ ਦੇ ਵਿੱਚ ਮੱਝ ਚੋ ਲੈਂਦੇ ਨੇ, ਲੇਕਿਨ ਆਪਣੀ ਮੌਜ ਨਾਲ ਮੱਝ ਦੇ ਥੱਲੇ ਬਹਿ ਰਹਿੰਦੇ ਨੇ। ਜਿਵੇਂ ਸਾਡੇ ਹੁਣ ਮੀਰਪੁਰੋਂ ਦੋਸਤ ਆਏ ਨੇ, ਕੱਲ੍ਹ ਇਹਨਾਂ 5 ਮਿੰਟਾਂ ਦੇ ਵਿੱਚ ਮੱਝ ਚੋਈ ਹੈ। ਸਾਡੇ ਅਗਲੇ ਦਿਨ ਇੱਕ ਬੰਦੇ ਕੋਲ 20 ਮਿੰਟਾਂ ਦੇ ਵਿੱਚ ਵੀ ਮੱਝ ਨਹੀਂ ਚੋਈ ਗਈ ਸੀ, ਲੇਕਿਨ ਇਹਨਾਂ 5 ਮਿੰਟਾਂ ਦੇ ਵਿੱਚ ਚੋਈ ਹੈ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਹੈ, ਬਹੁਤ ਮੈਂ ਰਾਜੀ ਹੋਇਆ। ਮੈਂ ਕਿਹਾ ਵੀ ਹੁਣ ਅਲਹਮਦੁਲਿਲਾ ਚੁਆਈ ਵੱਲੋਂ ਮੇਰੀ ਮੱਝ ਨਹੀਂ ਰਹਿੰਦੀ। ਅੱਛਾ ਇਹ ਦੱਸਿਆ ਜੇ ਮੇਲੇ ਵਿੱਚ ਤੁਸੀਂ ਕਿੰਨੀਆਂ ਮੱਝਾਂ ਲੈ ਕੇ ਗਏ ਸੱਜ ਮੁਕਾਬਲੇ ਵਾਸਤੇ, ਤੇ ਕਿਹੜੀ ਨਸਲ ਦੀ ਲੈ ਕੇ ਗਏ ਸੱਜ? ਭਾਜੀ ਮੇਰੇ ਕੋਲ ਮੱਝਾਂ ਟੋਟਲ ਜਿਹੜੀਆਂ ਨਾ ਸਾਹੀਵਾਲ ਤੇ ਲੀਲੀ ਰਾਵੀ ਇੱਥੋਂ ਦੀ ਮੱਝਾਂ ਲੈਂਦੇ ਆ, ਬਲਕਿ ਪਿੰਡ ਦੇ ਵਿੱਚ ਵੀ ਮੇਰਾ ਰਿਕਾਰਡ ਲੱਗਿਆ ਯਾਰ ਰਸ਼ਾਦ ਬਹੁਤ ਮਹਿੰਗੀ ਮੱਝ ਲਿਆਉਂਦਾ, ਲੇਕਿਨ ਮੈਂ ਉਹਨੂੰ ਇਹ ਗੱਲ ਕਹਿੰਦਾ ਯਾਰ ਮਹਿੰਗੀ ਮੱਝ ਲੈਣਾ, ਲੇਕਿਨ ਤੁਹਾਨੂੰ ਨਸਲਾਂ ਦਾ ਨਹੀਂ ਪਤਾ। ਮੈਂ ਇਸ ਕਾਇਦੇ ਨੂੰ ਪੜ੍ਹਿਆ, ਮੈਂ ਨਸਲਾਂ ਦੇ ਵਿੱਚ ਗਿਆ, ਮੈਨੂੰ ਪਤਾ ਕਿ ਨਸਲ ਦਾ ਕੀ ਮੁੱਲ ਹੈਗਾ, ਕਿਸ ਹਿਸਾਬ ਕਿਤਾਬ ਨਾਲ ਮੱਝ ਖਰੀਦੀ ਜਾਂਦੀ ਹੈ। ਤੇ ਮੇਰੀ ਭਾਜੀ ਇੰਜ ਸਮਝ ਲਓ ਜਿਵੇਂ ਹੁਣ ਤੇ ਮਾਸ਼ਾਅੱਲਾ ਮੇਰੇ ਘਰ ਦੀ ਨਸਲ ਮੱਝਾਂ ਦੀ ਬਣੀ ਖੜੀ ਹੈ, ਚੰਗੀਆਂ ਮਈਆਂ ਲੈ ਕੇ, ਚੰਗਾ ਸੰਡਾ ਲੈ ਕੇ, ਉਦੋਂ ਅੱਗੋਂ ਨੇ ਨਸਲ ਪੈਦਾ ਕੀਤੀ ਹੈ। ਤੇ ਅਲਹਮਦੁਲਿਲਾ ਜੋ ਸ਼ੌਂਕ ਸੀ ਅੱਲਾਹ ਪਾਕ ਨੇ ਸੋਹਣੇ ਨੇ ਉਹ ਪੂਰਾ ਕੀਤਾ, ਤੇ ਸਾਡਾ ਪੂਰਾ ਹੋ ਗਿਆ ਅਲਹਮਦੁਲਿਲਾ। ਔਰ ਹੁਣ ਜਿਹੜਾ ਵੀ ਕੈਮਰੇ ਅੱਗੇ ਮੱਝਾਂ ਚਵਾਉਣ ਦਾ ਮਕਸਦ ਇਹ ਵੇ ਕਿ ਲੋਕਾਂ ਨੂੰ ਇਹ ਨਾ
ਪਰੇਸ਼ਾਨੀ ਹੋਵੇ ਕਿ ਐਵੇਂ ਗੱਲ ਕਰਦਾ ਸੀ ਦੁੱਧ ਨਹੀਂ ਹੈਗਾ, ਲੇਕਿਨ ਮੈਂ ਸ਼ਿਕਾਰੀਆਂ ਨੂੰ ਫੋਨ ਕਰਦਾ ਹਾਂ, ਡਾਕਟਰ ਫੋਨ ਮੈਨੂੰ ਕਰਦੇ ਹਨ, ਮੈਨੂੰ ਇਹ ਗੱਲ ਕਹਿੰਦਾ ਮੇਰੀ ਮਈਆਂ ਦੀ ਘਰ ਚੁਆਈ 36 ਕਿਲੋ ਦੀ ਹੈ ਤੇ ਅਲਹਮਦੁਲਿਲਾ 36 ਕਿਲੋ ਜਿਹੜਾ ਉਹ ਸਰੇਆਮ ਵੀ ਆਇਆ, ਕੋਈ ਇਹਦੇ ਵਿੱਚ ਪਰੇਸ਼ਾਨੀ ਵੀ ਕੋਈ ਨਹੀਂ, ਜਾਂ ਕੋਈ ਗ੍ਰਾਮ 2 ਵੱਧ ਗਏ ਜਾਂ ਘਟ ਗਏ, ਕੋਈ ਪਰੇਸ਼ਾਨੀ ਤਾਂ ਕੋਈ ਨਹੀਂ ਇਸ ਗੱਲ ਦੀ। ਲੇਕਿਨ ਇਹ ਹੈ ਕਿ ਵੀ 2 ਦਿਨ ਹੋ ਗਏ ਮੱਝਾਂ ਰੋਲਦੀਆਂ ਪਈਆਂ ਨੇ, ਭੁੱਖੀਆਂ ਧਰਿਆਈਆਂ ਖਲੋਤੀਆਂ ਨੇ, ਓਪਰੀ ਜਗ੍ਹਾ ਆ ਕੇ ਇਹਨਾਂ ਪੱਠੇ ਨਹੀਂ ਖਾਦੇ, ਅਸੀਂ ਆਪ ਵੀ ਪਰੇਸ਼ਾਨ ਹਾਂ, ਸਾਡਾ ਵੀ ਤੁਸੀਂ ਹਾਲ ਵੇਖਣ ਦਿਓ ਕੀ ਬਣਿਆ, ਲੇਕਿਨ ਸਾਡੀ ਮੱਝਾਂ ਵੀ ਪਰੇਸ਼ਾਨ ਨੇ। ਅਰਸ਼ਾਦ ਭਾਈ ਨਾਲ ਬਹੁਤ ਜ਼ਿਆਦਤੀ ਹੋਈ ਹੈ, ਇਹਨਾਂ ਜਿੰਨਾ ਖਰਚਾ ਕੀਤਾ, ਜਿੰਨੀ ਮਿਹਨਤ ਕੀਤੀ, ਉੱਥੇ ਇਹਨਾਂ ਦਾ ਜਿਹੜਾ ਹੌਸਲਾ ਹੈ ਉਹ ਪਸਤ ਹੋਇਆ, ਹੌਸਲੇ ਟੁੱਟ ਗਿਆ ਤੇ ਮੱਝਾਂ ਕਿਸੇ ਦੇ ਡੇਰੇ ਤੇ ਖੜੀਆਂ ਕਰਕੇ ਇਹ ਚਵਾ ਰਹੇ ਨੇ। ਉਹਨਾਂ ਦਾ ਕਹਿਣ ਦਾ ਮਕਸਦ ਇਹ ਆ ਕਿ ਇੱਥੇ ਮੱਝਾਂ ਪੱਠੇ ਵੀ ਨਹੀਂ ਖਾਦੇ, ਮੱਝਾਂ ਇੱਥੇ ਖੁਸ਼ਹਾਲ ਵੀ ਨਹੀਂ ਨੇ, ਉਸ ਦੇ ਬਾਵਜੂਦ ਉਹਨੂੰ ਚਵਾਈ ਕਰਵਾ ਰਹੇ ਨੇ ਕੈਮਰੇ 'ਚ। 2 ਡੋਲੇ ਮੱਝਾਂ ਦੁੱਧ ਭਰੇ ਨੇ। ਕੰਡਾ ਲਿਆ ਯਾਰ, ਇੱਥੇ ਕੈਮਰੇ ਦੇ ਅੱਗੇ ਲਿਆ ਕੰਡਾ, ਕੰਡਾ ਲਿਆਓ ਜੀ। 2 ਡੋਨੇ ਮਾਸ਼ਾਅੱਲਾ ਦੁੱਧ ਭਰੇ ਜਾ ਚੁੱਕੇ ਨੇ, ਇਹਨੂੰ ਹੁਣੇ ਤੋਲਿਆ ਜਾਏਗਾ ਕੰਡੇ ਵਿੱਚ ਤੇ ਕੰਡਾ ਆ ਰਿਹਾ ਹੈ। ਜ਼ਰਾ ਇਹਨੂੰ ਐਂ ਚੈੱਕ ਕਰਵਾਇਆ ਜਾਏ, ਖਾਲੀ ਹੈ। ਪਰ ਇਹ ਭਾਈ ਦੇਖ ਸਕਦੇ ਨੇ, ਕਰਿਆ ਜੀ ਦੁਬਾਰਾ ਕਰਿਆ ਜੀ ਕਿ ਖਾਲੀ ਕੀਤੀ ਜਾ ਚੁੱਕੀ, ਕਿ ਨਹੀਂ ਇਹਦਾ ਹੁਣ ਧੜਾ ਕੀਤਾ ਜਾਏਗਾ, ਕੰਡੇ ਤੇ ਰੱਖਿਆ ਜਾਏਗਾ ਔਰ ਇਹਦਾ ਵਜ਼ਨ ਕੀਤਾ ਜਾਏਗਾ। ऑन करो ਇਹਨੂੰ 00 ਭਾਈਜਾਨ ਕਰੋ, ਕਿੱਥੋਂ ਆਣਾ ਜੇ हो गया जीरो जीरो ही है हो गया जीरो जीरो सारा जीरो जीरो ही है अच्छा जीरो जीरो एक परे हो जाओ यार, परे हो जाओ थोड़ा है, हर चीज कैमरे च वादे आउंदे हो। कंडा 00 हो चुके हैं, चलो भाईजान इन्हें दुध पाओ। माशाअल्लाह तुसी देख रहे जे बर्तन एक खाली किया जा चुका है, दूसरा बर्तन इन्हें खाली किया जाएगा और इनका रिजल्ट तुहानू भाइयों नू लाइव दिखाया जाएगा। कोई माशाअल्लाह 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 18 किलो। एक मिनट थोड़ा चलो कोई गल नहीं, तसल्ली कर लो तुसी आपदी। बस ठीक है। माशाल्लाह 18 किलो 614 ग्राम 15-16 ग्राम 18 किलो 616 ग्राम दुध इस मझ का होया ते मैं अरशाद भाई नूं पुछांगा राती जिसले पुलिस वाले इन्हां नूं डंडे मार के भजाया उसले इन्हां इस मझ का दुध किन्ना च होया शाम टाइम जी 17.5 किलो दुध होया सी। जिवें हुण मेरियां मੱਝਾਂ ग्रामां तो अगे पिछे ने ना, इस तरह ही करम वालियां दोवां दा प्यार बड़ा आपस दे विच। अगर किसे कोल घट वध दुध होवे फिर आपस दे विच एक दूजे नूं लै दे लैंदियां ने, लेकिन मेरियां मੱਝਾਂ बराबर आ रहीआं ने। माशाल्लाह जी इरशाद गुजर भाई का शौक तुहाडे भाइयों सामने आ चुका है। जिहड़ा भाई आपदा मेले च शौक पूरा नहीं कर सकिया और आपदा मुकाबला मੱਝਾਂ नाल करना चाहता है और इरशाद भाई नाल राबता करे, इन्हां दी मੱਝਾਂ नाल आपदी मੱਝ लावे और आपदा शौक पूरा करे। ते अज दी वीडियो वास्ते इन्ना ही। आपदे मेज़बान इनाम अंसारी नूं दिओ इजाजत। आपदा बहुत सारा ख्याल रखो ते दुआवां च सानूं भी याद रखो ते इरशाद गुजर भाई नूं याद रखो। 2 दिन हो गए ने मੱਝਾਂ की तैयारी भी नहीं लगती, खे खराब काम होया ते मੱਝਾਂ दी मेरा ज़हन आंदा सी कि मेरियां मੱਝਾਂ 20-20 किलो की चुआइयां कराणियां। 60 किलो का मैं रिकॉर्ड ला के जाना सी पत्तों की मेले दे विच, जिहड़ा बहादुर नगर चला गया। इंशाल्लाह जी गुज्जर जिंदाबाद, इरशाद गुज्जर जिंदाबाद, इरशाद गुज्जर जिंदाबाद, अरशाद गुजर अल्लाह हाफिज।